हाँ जी, गुड इवनिंग बेटा। मैं मोनिका मेहता, साइंस मिस्टर GSS ਲੋਗੜ। ਤੁਹਾਨੂੰ ਜੋ ਸੁਪਰ 100 ਹੈ ਉਹਨਾਂ ਚੋਂ 5 ਮਾਰਕਸ ਵਾਲੇ ਆਲਮੋਸਟ ਪੋਸੀਬਿਲਿਟੀ ਹੈ ਕਿ ਇਹ ਪੇਪਰ 'ਚ ਆਣੀ ਹੀ ਹੈ। ਔਰ ਇਹ ਰਜਿਸਟੈਂਸ ਵਾਲੇ ਲੈਸਨ 'ਚੋਂ ਮੈਟਲ ਨॉन ਮੈਟਲ ਔਰ ਰਿਪਰੋਡਕਸ਼ਨ ਵਾਲੇ 'ਚੋਂ 5 ਨੰਬਰ ਤੇ ਤਾਂ 15 ਨੰਬਰ ਤਾਂ ਤੁਸੀਂ ਆਪਣੇ ਪੱਕੇ ਕਰ ਸਕਦੇ ਹੈਗੇ ਹੋ। ਪਹਿਲਾ ਕੁਐਸਚਨ ਹੈਗਾ ਓਮ ਲਾ ਹਾਊ ਇਟ ਇਜ਼ ਵੈਰੀਫਾਈਡ ਇਨ ਲੈਬੋਰਟਰੀ। ਤੁਸੀਂ ਕੀ ਕਰਨਾ ਹੈ, ਇਸ ਕੁਐਸਚਨ ਨੂੰ ਕਿਵੇਂ ਅਟੈਂਪਟ ਕਰਨਾ। ਇੱਕ ਤਾਂ ਇਹ ਸਰਕਟ ਡਾਇਗਰਾਮ ਬਣਾਉਣੀ ਹੈ, ਇੱਥੇ ਬੈਟਰੀ ਲਗਾਈ ਹੈ, ਰਜਿਸਟੈਂਸ ਵੋਲਟ ਮੀਟਰ ਇਨ ਪੈਰਲਰ, ਐਮੀਟਰ ਇਨ ਸੀਰੀਜ਼ ਕੀ ਲਗਾਈ ਹੈਗੀ ਹੈ। ਸਰਕਟ ਡਾਇਗਰਾਮ ਬਣਾਓ ਔਰ ਲਿਖੋ ਕਿ ਪੋਟੈਂਸ਼ੀਅਲ ਜੋ ਹੈ V ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ I। ਪ੍ਰਪੋਰਸ਼ਨੈਲਿਟੀ ਹਟਾ ਕੇ ਅਸੀਂ ਰਜਿਸਟੈਂਸ ਲਗਾਉਂਦੇ ਹਾਂ ਤਾਂ R ਕੀ ਆ ਜਾਊਗਾ V/I। ਇਹ ਲਿਖਣਾ ਹੈਗਾ ਤਾਂ R ਇਜ਼ ਨੋਨ ਐਜ਼ ਰਜਿਸਟੈਂਸ। ਵੈਰੀਫਿਕੇਸ਼ਨ ਕਿਵੇਂ ਕਰ ਸਕਦੇ ਹੈਗੇ ਆ ਥਰੂ ਦੀ ਡਾਇਗਰਾਮ। ਅਗਰ ਅਸੀਂ ਪੋਟੈਂਸ਼ੀਅਲ ਵਧਾਈਏ ਤਾਂ ਕਰੰਟ ਵਧੇਗਾ, ਠੀਕ ਹੈ। ਮੀਨਸ V ਜਿਹੜਾ ਹੈਗਾ ਡਾਇਰੈਕਟਲੀ ਪ੍ਰਪੋਰਸ਼ਨਲ ਟੂ I ਹੈਗਾ। ਤਾਂ ਇਸ 'ਚ ਅਸੀਂ ਦੇਖ ਸਕਦੇ ਹਾਂ ਜੇ ਅਸੀਂ ਇੱਕ ਸੈੱਲ ਲਗਾਉਂਦੇ ਹਾਂ, 2 ਲਗਾਉਂਦੇ ਹਾਂ, 3 ਲਗਾਉਂਦੇ ਹਾਂ ਤਾਂ ਵੋਲਟੇਜ ਵਧੀ ਜਾਏਗੀ ਔਰ ਕਰੰਟ ਵਧੇਗਾ ਨਾਲ ਔਰ ਇਹਦਾ ਗ੍ਰਾਫ ਕੀ ਹੋਏਗਾ ਸਟੇਟ ਲਾਈਨ V/I। ਇੱਦਾਂ ਤੁਸੀਂ ਇਸ ਕੁਐਸਚਨ ਦੇ 5 ਮਾਰਕਸ ਲੈ ਸਕਦੇ ਹੋ। ਦੈਨ ਔਨ ਵਿਚ ਫੈਕਟਰ ਰਜਿਸਟੈਂਸ ਡਿਪੈਂਡ। R ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ L/A। ਪ੍ਰਪੋਰਸ਼ਨੈਲਿਟੀ ਹਟਾ ਕੇ ਅਸੀਂ ρ L/A ਲਗਾਉਂਦੇ ਹਾਂ। ਮੀਨਸ ਰਜਿਸਟੈਂਸ ਜੋ ਹੈ ਲੈਂਥ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੈ, ਕ੍ਰੋਸ ਸੈਕਸ਼ਨਲ ਏਰੀਆ ਦੇ ਇਨਵਰਸਲੀ ਪ੍ਰਪੋਰਸ਼ਨਲ ਹੈ ਔਰ ਨੇਚਰ 'ਤੇ ਡਿਪੈਂਡ ਕਰਦੀ ਹੈ ਕਿ ਕਿਹੜੇ ਮਟੀਰੀਅਲ ਦੀ ਵਾਇਰ ਬਣੀ ਹੈਗੀ ਹੈ। ਅਗਲਾ ਇਹਦੇ ਨਾਲ B ਪਾਰਟ ਹੈਗਾ ਯੂਨਿਟ ਆਫ ਕਰੰਟ। I = Q/T ਕੂਲਮ ਅਪੋਨ ਸਕਿੰਟ। ਇਹ ਕੀ ਆ ਜਾਊਗਾ ਐਂਪੀਅਰ ਜੋ ਹੈ ਯੂਨਿਟ ਹੋ ਜਾਏਗੀ ਕਰੰਟ ਦੀ। ਇੱਦਾਂ ਤੁਸੀਂ ਐਕਸਪਲੇਨ ਕਰ ਸਕਦੇ ਹੋ 2 ਤੇ 3 ਮਾਰਕਸ ਦਾ। ਦੈਨ ਕੈਲਕੂਲੇਟ ਦੀ ਟੋਟਲ ਰਜਿਸਟੈਂਸ ਅਕਰੋਸ ਦੀ ਸੀਰੀਜ਼। ਜਦੋਂ ਸੀਰੀਜ਼ 'ਚ ਰਜਿਸਟੈਂਸ ਲੱਗਿਆ ਤਾਂ ਇੱਥੇ ਵੋਲਟੇਜ ਕਿਆ ਹੋਏਗੀ ਡਿਵਾਈਡ ਹੋ ਰਹੀ ਹੈ V1 V2। ਕਰੰਟ ਕਿਆ ਹੈ ਸੇਮ ਜਾਏਗਾ ਤਾਂ ਵੋਲਟੇਜ ਟੋਟਲ V1 V2 V3 ਹੋ ਜਾਏਗੀ। IR ਭਰ ਸਕਦੇ ਹੋ ਇੱਥੇ I R1 I R2 ਪਲੱਸ I R3। ਤਾਂ ਇਹ I ਨੂੰ ਕੋਮਨ ਕੱਢ ਲਓ R1 R2 ਅਤੇ R3 ਦਾ ਸਮ ਹੋ ਜਾਏਗਾ ਇਨ ਦੀ ਸੀਰੀਜ਼। ਆ ਕੱਟਿਆ ਜਾਏਗਾ ਤਾਂ ਇੱਦਾਂ ਸੀਰੀਜ਼ 'ਚ ਔਰ ਪੈਰਲਲ 'ਚ, ਠੀਕ ਹੈ। ਸੀਰੀਜ਼ 'ਚ ਕੀ ਹੁੰਦਾ ਟੋਟਲ ਸਮ ਆਏਗਾ। ਅੱਧੋ ਵੱਧ ਰਾਈਟ ਦੀ ਇਲੈਕਟ੍ਰੀਕਲ ਐਪਲੀਕੇਸ਼ਨ ਆਫ ਦੀ ਹੀਟਿੰਗ ਇਫੈਕਟ। ਹੀਟਿੰਗ ਇਫੈਕਟ ਜਿਸ ਵੀ ਵਾਇਰ 'ਚੋਂ ਕਰੰਟ ਜਾਂਦਾ ਉਹ ਕੀ ਹੈ ਹੀਟ ਹੋ ਜਾਂਦੀ ਹੈ। ਜਿਵੇਂ ਬਲਬ, ਫਿਊਜ਼, ਪ੍ਰੈਸ, ਹੀਟਰ, ਟੋਸਟਰ, ਇਹਨਾਂ ਦਾ ਫਿਲਾਮੈਂਟ ਗਰਮ ਹੋ ਜਾਂਦਾ। ਤਾਂ ਕਰਕੇ ਕਾਪਰ ਅਤੇ ਅਲਮੀਨੀਅਮ ਜਿਹੜੇ ਹੈਗੇ ਆ ਯੂਜ਼ ਹੈ, ਇਹਨਾਂ ਨੂੰ ਗੁੱਡ ਕੰਡਕਟਰ ਆਫ ਇਲੈਕਟ੍ਰੀਸਿਟੀ ਹੁੰਦੇ ਆ, ਠੀਕ ਹੈ। ਅਤੇ ਲੈਸ ਐਕਸਪੈਂਸਿਵ ਹੈਗੇ ਆ ਐਂਡ ਜ਼ਿਆਦਾ ਮਾਤਰਾ 'ਚ ਅਵੇਲੇਬਲ ਹੈਗੇ ਆ, ਇਸ ਕਰਕੇ ਇਹਨਾਂ ਨੂੰ ਅਸੀਂ ਯੂਜ਼ ਕਰਦੇ ਹਾਂ। ਫਿਰ ਪੈਰਲਲ ਲਈ ਤੁਸੀਂ ਐਕਸਪਲੇਨ ਕਰਨਾ ਸਰਕਟ ਡਾਇਗਰਾਮ ਬਣਾਓ ਪੈਰਲਲ ਲਈ। ਤਾਂ ਇੱਥੇ ਕੀ ਹੋ ਰਿਹਾ ਹਰ ਇੱਕ 'ਚ ਕਰੰਟ ਕੀ ਹੈ ਡਿਵਾਈਡ ਹੋ ਰਿਹਾ। ਜਿਵੇਂ ਦੇਖੋ ਇਸ 'ਚ I1 I2 I3 ਜਾ ਰਿਹਾ, ਠੀਕ ਹੈ। ਪਹਿਲੇ 'ਚੋਂ I1 ਫਿਰ I2 ਅਤੇ I3 ਤਾਂ ਕਰੰਟ ਡਿਵਾਈਡ ਹੋ ਰਿਹਾ। ਟੋਟਲ ਕਰੰਟ ਵਿਲ ਬੀ I1 I2 I3 ਇੱਥੇ ਵੈਲਿਊ ਭਰ ਲਓ V/R/P V/R1 R2 ਐਂਡ R3, ਠੀਕ ਹੈ। ਕਾਮਨ ਕੱਢ ਕੇ ਤਾਂ 1/RP ਕੀ ਆ ਜਾਏਗਾ 1/R1। ਮੀਨਸ ਜਦੋਂ ਅਸੀਂ ਪੈਰਲਲ 'ਚ ਲਗਾਉਂਦੇ ਹਾਂ ਤਾਂ ਰਜਿਸਟੈਂਸ ਕੀ ਹੋ ਜਾਂਦਾ ਮਿਨੀਮਮ ਹੋ ਜਾਂਦਾ ਹੈਗਾ ਔਰ ਇਹਦੇ ਨੂਮੈਰੀਕਲ ਵੀ ਆ ਸਕਦਾ ਹੈਗਾ ਨਾਲ ਇਹਦੇ ਫਾਰਮੂਲੇ ਦੇ ਨਾਲ ਅਟੈਚ ਕਰਕੇ ਇੱਕ ਨੂਮੈਰੀਕਲ ਪਾ ਸਕਦੇ ਆ। ਜਿਵੇਂ ਆ ਨੂਮੈਰੀਕਲ ਇਹਨਾਂ ਨੇ ਦਿੱਤਾ, ਠੀਕ ਹੈ। 4 ਰਜਿਸਟੈਂਸ ਹੈ, ਇਹਨਾਂ ਨੂੰ ਅਸੀਂ ਸੀਰੀਜ਼ 'ਚ ਲਗਾਉਂਦੇ ਹਾਂ ਤਾਂ ਟੋਟਲ ਸਮ ਆ ਜਾਏਗਾ। ਸੀਰੀਜ਼ 'ਚ ਕੀ ਕੀਤਾ ਹੋਇਆ ਜੋੜ ਲਗਾਇਆ ਹੋਇਆ ਟੋਟਲ RS ਕੀ ਆ R1 R2 R3 ਦਾ ਜੋੜ ਲਗਾਇਆ ਹੋਇਆ R3 ਐਂਡ R4 ਦਾ ਸਮ ਹੈਗਾ। ਔਰ ਪੈਰਲਲ 'ਚ ਕੀ ਹੈਗਾ ਇਹ ਵਾਲਾ ਫਾਰਮੂਲਾ ਲਗਾ ਕੇ ਕੱਢਿਆ ਤਾਂ ਟੋਟਲ ਰਜਿਸਟੈਂਸ ਇੰਨਾ ਆ ਜਾਊਗਾ।
ਮੀਨਸ ਇੱਕ ਸੀਰੀਜ਼ ਤੇ ਪੈਰਲਲ ਚੋਂ ਨਾਲ ਇੱਕ ਨੂਮੈਰੀਕਲ ਆ ਸਕਦਾ ਹੈਗਾ। ਪਿਊਬਰਟੀ ਦੇ ਟਾਈਮ ਤੇ ਲੜਕੀਆਂ ਦੀ ਆਵਾਜ਼ 'ਚ ਕੀ ਚੇਂਜਸ ਆਉਂਦੀਆਂ, ਉਹਨਾਂ ਦੀ ਆਵਾਜ਼ ਪਤਲੀ ਹੋ ਜਾਂਦੀ ਹੈ, ਮੈਂਸੂਰੇਸ਼ਨ ਸਾਈਕਲ ਸਟਾਰਟ ਹੋ ਜਾਂਦਾ, ਬ੍ਰੈਸਟ ਇਨਲਾਰਜਮੈਂਟ, ਹਿਪ ਅਰਾਊਂਡ ਐਂਡ ਹੇਅਰ ਗਰੋਥ ਇਨ ਦੀ ਆਰਮਪਿਟ ਮੀਨਸ ਜੋ ਚੇਂਜਸ। ਸਿਮਿਲਰਲੀ ਵੋਇਸ ਚੇਂਜ ਹੋ ਜਾਂਦੀ ਹੈ, ਮਸਕੂਲਰ ਬਾਡੀ ਸ਼ੋਲਡਰ ਵਗੈਰਾ ਡਿਵੈਲਪ ਹੁੰਦਾ, ਟੈਸਟਿਸ ਜੋ ਹੈ ਸਪਰਮ ਪ੍ਰੋਡਿਊਸ ਕਰਨਾ ਸ਼ੁਰੂ ਕਰ ਜਾਂਦਾ ਹੈ, ਚੈਸਟ ਗਰੋਥ ਹੋ ਜਾਂਦੀ ਹੈ ਔਰ ਵੋਇਸ ਬਾਕਸ ਜੋ ਹੈ ਐਡਮ ਐਪਲ ਗਰੋ ਕਰ ਜਾਂਦਾ। ਦੈਨ ਇਹਨਾਂ 'ਚੋਂ ਮੇਲ ਰਿਪਰੋਡਕਟਿਵ ਸਿਸਟਮ ਦੀ ਇੱਕ ਡਾਇਗਰਾਮ ਆ ਸਕਦੀ ਹੈਗੀ ਹੈ ਜਿਹਦੇ ਵਿੱਚ ਟੈਸਟਿਸ ਹੈਗੇ ਆ, ਟੈਸਟਿਸ 'ਚ ਕੀ ਬਣਨਗੇ ਸਪਰਮਸ, ਠੀਕ ਹੈ। ਵਾਸਾ ਡਿਫਰੈਂਸ਼ੀਆ ਦੇ ਥਰੂ ਡਕਟ ਹੈਗੀ ਹੈ ਜਿਹਦੇ ਥਰੂ ਸਪਰਮ ਕੀ ਹੈ, ਆਲਰੇਡੀ ਸਾਰਾ ਕੁਛ ਐਕਸਪਲੇਨ ਕੀਤਾ ਹੋਇਆ, ਜਸਟ ਰੈਪੀਟੇਸ਼ਨ ਹੈਗੀ ਹੈ। ਸਪਰਮ ਕੀ ਹੈ ਕੰਡਕਟ ਹੋਣਗੇ ਔਰ ਸੈਮੀਨਲ ਵੈਸੀਕਲ ਗਲੈਂਡ ਹੈ, ਇਹ ਫਲੂਇਡ ਸਕਰੀਟ ਕਰੇਗੀ ਜਿਹਦੇ ਕਰਕੇ ਸਪਰਮ ਕੀ ਹੈ ਅੱਗੇ ਮੋਬਿਲਿਟੀ ਪ੍ਰੋਵਾਈਡ ਕਰਦਾ ਹੈ ਇਸ ਫਲੂਇਡ। ਔਰ ਪ੍ਰੋਸਟੇਟ ਤੋਂ ਜੋ ਸਕ੍ਰੀਸ਼ਨਸ ਨਿਕਲਦੀਆਂ ਉਹ ਸਪਰਮ ਨੂੰ ਕੀ ਕਰਨਗੀਆਂ ਨਿਊਟ੍ਰੀਸ਼ਨ ਪ੍ਰੋਵਾਈਡ ਕਰਨਗੀਆਂ। ਔਰ ਯੂਰੀਨਰੀ ਬਲੈਡਰ ਪ੍ਰੋਸਟੇਟ ਤੋਂ ਜੋ ਸਕ੍ਰੀਸ਼ਨ ਨਿਕਲਦੀਆਂ ਉਹ ਐਲਕਲਾਈਨ ਹੋਣਗੀਆਂ, ਐਲਕਲਾਈਨ ਕਿਉਂਕਿ ਇਹ ਯੂਰੀਨਰੀ ਡਕਟ ਵੀ ਇਹਦੇ ਵਿੱਚ ਹੀ ਖੁੱਲ੍ਹ ਰਹੀ ਹੈਗੀ ਹੈ ਤਾਂ ਇਸ ਤੋਂ ਜਿਹੜਾ ਐਸਿਡਿਕ ਮੀਡੀਅਮ ਆ ਰਿਹਾ ਉਹਨੂੰ ਪ੍ਰੋਸਟੇਟ ਦੀਆਂ ਸਕ੍ਰੀਸ਼ਨਸ ਕੀ ਹੈ ਉਹ ਕਰ ਦਿੰਦੀਆਂ ਨਿਊਟਰਲਾਈਜ਼ ਕਰ ਦਿੰਦੀਆਂ ਹੈਗੀਆਂ। ਮੇਲ ਰਿਪਰੋਡਕਟਿਵ ਸਿਸਟਮ ਦੀ ਡਾਇਗਰਾਮ 2 ਵਾਰੀ ਡਰੋ ਕਰਕੇ ਤੁਸੀਂ ਅੱਛੀ ਤਰ੍ਹਾਂ ਇਹਨੂੰ ਐਕਸਪਲੇਨ ਕਰੋ। ਦੈਨ ਮੈਂਸੂਰੇਸ਼ਨ ਕਿਉਂ ਹੁੰਦੀ ਹੈ, ਜਦੋਂ ਐਗ ਫਰਟੀਲਾਈਜ਼ ਨਹੀਂ ਹੁੰਦਾ, ਠੀਕ ਹੈ, ਦੈਟ ਵਿਲ ਕਮ ਵਿਦ ਦੀ ਲਾਈਨਿੰਗ ਆਫ ਦੀ ਯੂਟਰਸ ਦੀ ਲਾਈਨਿੰਗ ਦੇ ਨਾਲ, ਠੀਕ ਹੈ। ਅਨਫਰਟੀਲਾਈਜ਼ਡ ਐਗ ਕੀ ਹੈ ਬਾਹਰ ਨਿਕਲ ਜਾਂਦਾ, ਮਤਲਬ ਕਮਸ ਆਊਟ ਟਿਸ਼ੂਜ਼ ਦੇ ਨਾਲ, ਤਾਂ ਉਹਨੂੰ ਕੀ ਕਹਿੰਦੇ ਆ ਮੈਂਸੂਰੇਸ਼ਨ ਸਾਈਕਲ ਕਹਿੰਦੇ ਆ। ਪੋਲੀਨੇਸ਼ਨ ਅਤੇ ਫਰਟੀਲਾਈਜੇਸ਼ਨ, ਪੋਲੀਨੇਸ਼ਨ ਦਾ ਮੀਨਸ ਹੈਗਾ ਪੋਲਨ ਗ੍ਰੇਨਸ ਦਾ ਸਟਿਗਮਾ ਤੱਕ ਪਹੁੰਚਣਾ, ਠੀਕ ਹੈ। ਪੋਲੀਨੇਸ਼ਨ ਦਾ ਮੀਨਸ ਕੀ ਹੁੰਦਾ ਸਟਿਗਮਾ ਤੱਕ ਪਹੁੰਚਣਾ, ਦੈਟ ਇਜ਼ ਪੋਲੀਨੇਸ਼ਨ। ਔਰ ਫਰਟੀਲਾਈਜੇਸ਼ਨ ਕੀ ਹੈ ਐਗ ਅਤੇ ਪੋਲਨ ਗ੍ਰੇਨ ਦਾ ਫਿਊਜ਼ ਹੋਣਾ, ਠੀਕ ਹੈ। ਮੀਨਸ ਐਗ ਅਤੇ ਸਪਰਮ ਜਿਵੇਂ ਫਿਊਜ਼ ਹੁੰਦੇ ਆ, ਗਮੀਟਸ ਦਾ ਫਿਊਜ਼ ਹੋਣਾ, ਦੈਟ ਇਜ਼ ਫਰਟੀਲਾਈਜੇਸ਼ਨ। ਫਰਟੀਲਾਈਜੇਸ਼ਨ ਇੰਟਰਨਲ ਵੀ ਹੋ ਸਕਦੀ ਹੈ ਐਕਸਟਰਨਲ ਵੀ। ਇੰਟਰਨਲ ਜਿਵੇਂ ਹਿਊਮਨ ਬੀਂਗਸ ਮੈਮਲ 'ਚ, ਐਕਸਟਰਨਲ ਕੀ ਹੈ ਜਿਵੇਂ ਫਿਸ਼ਿਜ਼ ਫਰੋਗ ਵਗੈਰਾ 'ਚ ਹੁੰਦੀ ਹੈਗੀ ਆ। ਪੋਲੀਨੇਸ਼ਨ ਸੈਲਫ ਅਤੇ ਕ੍ਰੋਸ 2 ਟਾਈਪ ਦੀ ਹੋ ਸਕਦੀ ਹੈ। ਦੈਨ ਫਿਰ ਐਂਬਰੀਓ ਕਿਵੇਂ ਫੂਡ ਲੈਂਦਾ ਹੈਗਾ, ਐਂਬਰੀਓ ਵਿਲਾਈਜ਼ ਦੇ ਥਰੂ, ਠੀਕ ਹੈ, ਯੂਟਰਾਈਨ ਦੇ ਵਾਲ ਦੇ ਨਾਲ ਅਟੈਚ ਹੋ ਕੇ ਤਾਂ ਇਹ ਥਰੂ ਦੀ ਵਿਲਾਈ ਐਂਬਰੀਓ ਪਲਸੈਂਟਾ ਬਣਾਏਗਾ ਅਤੇ ਮਦਰ ਤੋਂ ਨਿਊਟ੍ਰੀਸ਼ਨ ਲਏਗਾ। ਇਹ ਸੈਕਸ਼ੂਅਲ ਰਿਪਰੋਡਕਸ਼ਨ ਜਿਹਦੇ ਵਿੱਚ ਇੱਕ ਸਿੰਗਲ ਪੇਰੈਂਟਸ ਤੋਂ ਹੀ ਅਗਲੀ ਇੰਡੀਵਿਜੂਅਲ ਪ੍ਰੋਡਿਊਸ ਹੁੰਦੇ ਆ, ਠੀਕ ਹੈ, ਉਹਨੂੰ ਅਸੀਂ ਇਹ ਸੈਕਸ਼ੂਅਲ ਰਿਪਰੋਡਕਸ਼ਨ ਕਹਿੰਦੇ ਹਾਂ। ਜਿਵੇਂ ਫਿਸ਼ਨ ਹੈ, ਫਿਸ਼ਨ ਕੀ ਹੋ ਗਈ ਅਮੀਬਾ ਦੇ ਵਿੱਚ ਇੱਕ ਅਮੀਬਾ ਬਾਈਨਰੀ ਫਿਸ਼ਨ ਹੋ ਗਈ, ਠੀਕ ਹੈ, ਅਮੀਬਾ ਟੁੱਟ ਰਿਹਾ ਹੈਗਾ। ਮਲਟੀਪਲ ਫਿਜ਼ਨ ਇੱਕ ਤੋਂ ਜ਼ਿਆਦਾ 'ਚ ਟੁੱਟੇ 'ਚ ਸਿਸਟ ਫੋਰਮੇਸ਼ਨ ਹੁੰਦੀ ਹੈ। ਪਲਾਜ਼ਮੋਡੀਅਮ ਮਲੇਰੀਆ ਪੈਰਾਸਾਈਟ ਪਲਾਜ਼ਮੋਡੀਅਮ ਦੇ ਵਿੱਚ ਬੱਡ ਨਿਕਲੇ ਜਿਵੇਂ ਹਾਈਡਰਾ ਦੇ ਵਿੱਚ ਬੱਡ ਨਿਕਲ ਰਹੀ ਹੈ ਪੇਰੈਂਟ ਬੋਡੀ ਤੋਂ ਅਲੱਗ ਹੋ ਰਹੀ ਹੈ। ਫਿਰ ਸਪੋਰ ਫੋਰਮੇਸ਼ਨ 'ਚ ਰਾਈਜੋਪਸ ਉੱਲੀ 'ਚ ਦਿਖਾਇਆ ਹੈਗਾ, ਇਹਨਾਂ ਦੇ ਵਿੱਚ ਸਪੋਰਸ ਜਿਹੜੇ ਹੈਗੇ ਆ ਰਾਈਜੋਪਸ ਦੇ ਵਿੱਚ ਹੋਣਗੇ। ਫਿਰ ਰੀਜਨਰੇਸ਼ਨ ਪਲਨੇਰੀਆ ਦੇ ਵਿੱਚ, ਪਲਨੇਰੀਆ ਨੂੰ ਛੋਟੇ ਤੋਂ ਛੋਟੇ ਹਿੱਸੇ 'ਚ ਕੱਟਦੇ ਆ ਤਾਂ ਉਹ ਕੀ ਹੈ ਨਵਾਂ ਪਲਨੇਰੀਆ ਬਣ ਜਾਂਦਾ। ਹਾਈਡਰਾ 'ਚ ਵੀ ਹੁੰਦੀ ਹੈ ਫਰੈਗਮੈਂਟੇਸ਼ਨ, ਛੋਟੇ ਛੋਟੇ ਟੁਕੜਿਆਂ 'ਚ ਟੁੱਟ ਜਾਣਾ ਅਤੇ ਨਵਾਂ ਸਪਾਈਰੋਗਾਇਰਾ ਬਣਨਾ। ਵੈਜੀਟੇਟਿਵ ਰਿਪਰੋਡਕਸ਼ਨ ਫਾਈਲਮ ਦੇ ਵਿੱਚ ਹੁੰਦੀ ਆ, ਪੱਥਰ ਚੱਟ ਜਿਹਨੂੰ ਕਹਿੰਦੇ ਹਾਂ ਅਸੀਂ, ਇਹਦੇ ਵਿੱਚ ਫਿਲਮ ਦੇ ਵਿੱਚ ਹੁੰਦੀ ਹੈ। ਦੈਨ ਫਲਾਵਰ ਦੇ ਪਾਰਟਸ ਸਟਿਗਮਾ ਸਟਾਈਲ ਓਵਰੀ, ਠੀਕ ਹੈ, ਐਗ ਸਟੇਮਨ ਅਤੇ ਐਂਥਰ ਅਤੇ ਫਿਲਾਮੈਂਟ, ਸੈਪਲ ਅਤੇ ਪੈਟਲ। ਇਹ ਅੱਛੀ ਤਰ੍ਹਾਂ ਤੁਸੀਂ ਇਹ ਵੀ ਬਹੁਤ ਵਾਰੀ ਕੀਤਾ ਹੋਇਆ ਕਲਾਸ 'ਚ, ਜਸਟ ਰੈਪੀਟੇਸ਼ਨ ਹੈ। ਨਾਓ ਇਟਸ
ਇਟਸ ਟਾਈਮ ਟੂ ਯੂਅਰ ਲਾਂਸ। ਅੱਛੀ ਤਰ੍ਹਾਂ ਡਾਇਗਰਾਮਸ ਨੂੰ ਚੰਗੀ ਤਰ੍ਹਾਂ ਕਰ ਲਓ, ਠੀਕ ਹੈ। ਦੈਨ ਐਕਸਪਲੇਨੇਸ਼ਨ ਹੈਗੀ ਆ। ਦੈਨ ਫੀਮੇਲ ਰਿਪਰੋਡਕਟਿਵ ਪਾਰਟਸ ਹੈਗੇ ਆ, ਓਵਰੀ ਆ, ਓਵਰੀ ਦੇ ਵਿੱਚ ਕੀ ਬਣ ਰਹੇ ਆ, ਐਗ ਬਣਨਗੇ। ਐਗ ਜੋ ਹੈ ਫੈਲੋਪੀਅਨ ਟਿਊਬਸ ਰਾਹੀਂ ਇੱਥੇ ਆ ਜਾਣਗੇ। ਫੈਲੋਪੀਅਨ ਟਿਊਬ 'ਚ ਐਗ ਦੀ ਕੀ ਹੋਏਗੀ, ਫਰਟੀਲਾਈਜੇਸ਼ਨ ਹੋਏਗੀ। ਫਰਟੀਲਾਈਜ਼ਡ ਐਗ ਇੱਕ ਤੋਂ ਜ਼ਿਆਦਾ 16 ਇੱਥੇ ਵਿਲਾਈਜ਼ ਬਣਾ ਕੇ ਯੂਟਰਸ ਦੀ ਦੀਵਾਰ 'ਤੇ, ਠੀਕ ਹੈ, ਲਾਈਨਿੰਗ 'ਤੇ ਇਟ ਵਿਲ ਅਬਜ਼ੌਰਬ ਦੀ ਨਿਊਟ੍ਰੀਸ਼ਨ ਐਂਡ ਗੈਟ ਡਿਵੈਲਪਮੈਂਟਸ। ਸਰਵਿਕਸ ਹੈ ਔਰ ਵਜਾਈਨਾ ਹੈਗੀ ਆ। ਅਗਰ ਐਗ ਫਰਟੀਲਾਈਜ਼ ਨਹੀਂ ਹੁੰਦਾ ਇਟ ਵਿਲ ਕਮ ਵਿਦ ਦੀ ਯੂਟਰਾਈਨ ਵਾਲ ਦੈਟ ਇਜ਼ ਨੋਨ ਐਜ਼ ਮੈਂਸੂਰੇਸ਼ਨ। ਦੈਨ ਅਗਲਾ 5 ਨੰਬਰਾਂ ਵਾਲਾ ਕੁਐਸਚਨ ਹੈਗਾ ਮੈਟਲ ਤੇ ਨੋਨ ਮੈਟਲ। ਇਹਨਾਂ ਦੇ ਹੈਡਿੰਗ ਬਣਾ ਕੇ ਲਿਖਣੇ ਆ, ਕੈਮੀਕਲ ਡਿਫਰੈਂਸਿਸ ਔਰ ਫਿਜ਼ੀਕਲ ਡਿਫਰੈਂਸਿਸ। ਮੈਟਲ ਜਿਹੜੀਆਂ ਹੈਗੀਆਂ ਜਿਵੇਂ ਸੋਡੀਅਮ ਹੈ, ਠੀਕ ਹੈ, ਇਹ ਬੇਸਿਕ ਆਕਸਾਈਡ ਬਣਾਉਣਗੇ ਤਾਂ ਮੈਟਲ ਹੈ ਐਸਿਡ ਦੇ ਨਾਲ ਰਿਐਕਟ ਕਰਕੇ, ਜਿਵੇਂ ਸੋਡੀਅਮ ਕਲੋਰਾਈਡ ਅਤੇ ਹਾਈਡਰੋਜਨ ਗੈਸ ਵਿਲ ਬੀ ਲਿਬਰੇਟਡ, ਠੀਕ ਹੈ। ਮੈਟਲਸ ਜਿਵੇਂ ਸੋਡੀਅਮ ਹੈ ਕਲੋਰੀਨ ਦੇ ਨਾਲ ਆਇਨਿਕ ਕੰਪਾਊਂਡ ਬਣਾਉਣਗੇ। ਰਿਡਿਊਸਿੰਗ ਏਜੰਟ ਦਾ ਮੀਨਸ ਇਹ ਇਲੈਕਟ੍ਰੋਨ ਛੱਡ ਰਹੇ ਆ ਤਾਂ ਸੋਡੀਅਮ ਆਇਨ ਬਣ ਗਿਆ। ਜਿਹੜੇ ਇਲੈਕਟ੍ਰੋਨ ਛੱਡਣ ਉਹਨਾਂ ਨੂੰ ਰਿਡਿਊਸਿੰਗ ਏਜੰਟ ਕਹਿੰਦੇ ਆ। ਇਲੈਕਟ੍ਰੋ ਪੋਜ਼ੀਟਿਵ ਇਨ ਨੇਚਰ, ਇਲੈਕਟ੍ਰੋਨ ਛੱਡ ਰਹੀ ਆ ਤਾਂ ਪੋਜ਼ੀਟਿਵ ਆਇਨਸ ਬਣਾ ਰਹੀਆਂ ਹੈਗੀਆਂ। ਮੈਟਲ ਆਕਸੀਜਨ ਨਾਲ ਰਿਐਕਟ ਕਰਕੇ ਬੇਸਿਕ ਆਕਸਾਈਡ ਬਣਾਉਂਦੀਆਂ, ਜਿਹੜੇ ਕਿ ਬਲੂ ਲਿਟਮਸ ਨੂੰ, ਰੈੱਡ ਲਿਟਮਸ ਨੂੰ ਉਹ ਕਰਨਗੇ। ਇੱਦਾਂ ਕੈਮੀਕਲ ਪ੍ਰੋਪਰਟੀਜ਼ ਨੋਨ ਮੈਟਲ ਦੀਆਂ ਦੋ ਆਪੋਜ਼ਿਟ ਹੋਣਗੀਆਂ, ਠੀਕ ਹੈ। ਫਿਰ ਫਿਜ਼ੀਕਲ ਪ੍ਰੋਪਰਟੀ, ਡਕਟਾਈਲ ਮੀਨਸ ਵਾਇਰਸ ਬਣਾ ਸਕਦੇ ਹਾਂ, ਮੈਲਾਬਲ ਮੀਨਸ ਸ਼ੀਟਸ ਬਣਾ ਸਕਦੇ ਹਾਂ, ਗੁੱਡ ਕੰਡਕਟਰ ਆਫ ਇਲੈਕਟ੍ਰੀਸਿਟੀ, ਹੀਟ ਦੇ ਮੈਲਟਿੰਗ ਪੁਆਇੰਟ, ਬੋਇਲਿੰਗ ਪੁਆਇੰਟ ਮੈਟਲਸ ਦੇ ਹਾਈ ਹੁੰਦੇ ਆ। ਤਾਂ ਤੁਸੀਂ ਧਿਆਨ ਨਾਲ ਲਿਖਣਾ, ਕੈਮੀਕਲ ਪ੍ਰੋਪਰਟੀਜ਼ ਅਲੱਗ ਲਿਖਣੀ ਹੈ, ਠੀਕ ਹੈ। ਫਿਜ਼ੀਕਲ ਪ੍ਰੋਪਰਟੀਜ਼ ਦੇ ਅਲੱਗ ਪੁਆਇੰਟਸ ਬਣਾ ਕੇ ਲਿਖਣੇ ਆ। ਫਿਰ ਤੁਹਾਨੂੰ 5 ਮਾਰਕਸ ਮਿਲਣਗੇ, ਠੀਕ ਹੈ। ਬਾਰ ਬਾਰ ਯਾਦ ਕਰੋ, ਮੈਲਾਬਿਲਿਟੀ ਦਾ ਮੀਨਸ ਕੀ ਹੁੰਦਾ, ਕੁੱਟ ਕੇ ਹੈਮਰ ਨਾਲ ਸ਼ੀਟਸ ਬਣਾਉਣਾ। ਸੋਡੀਅਮ ਜੋ ਹੈ ਇਸ ਪੂਰੇ ਪੈਰੇ ਨੂੰ ਇੱਦਾਂ ਐਕਸਪਲੇਨ ਕਰ ਸਕਦੇ ਹਾਂ, ਵਾਟਰ ਦੇ ਨਾਲ ਰਿਐਕਟ ਕਰਕੇ ਹਾਈਲੀ ਰਿਐਕਟਿਵ ਹੈ, ਹਾਈਡਰੋਜਨ ਗੈਸ ਨਿਕਲੇਗੀ, ਇਹ ਕੈਚਸ ਫਾਇਰ, ਦੈਟਸ ਵਾਈ ਇਟ ਇਜ਼ ਪ੍ਰੀਜ਼ਰਵਡ ਇਨ ਕੈਰੋਸਿਨ ਆਇਲ। ਫਿਰ ਇਹਨਾਂ ਦੀ ਡਾਟ ਰਿਪਰਜੈਂਟੇਸ਼ਨ ਲਿਖਣੀ ਹੈ। ਦੇਖੋ ਸੋਡੀਅਮ ਦਾ 11 ਹੁੰਦਾ, KLM 2 8 1, ਇਹਦਾ ਮਤਲਬ ਸੋਡੀਅਮ ਦੇ ਬਾਹਰ 1 ਇਲੈਕਟ੍ਰੋਨ ਸ਼ੋ ਕਰ ਸਕਦੇ ਹੋ, ਠੀਕ ਹੈ। ਆਕਸੀਜਨ ਦਾ 8, KLM 2 6, ਇੱਦਾਂ ਬੇਟਾ ਸਾਰਾ ਕੁਝ ਆਉਂਦਾ ਹੁੰਦਾ, ਬਸ ਥੋੜ੍ਹੀ ਜਿਹੀ ਅਲਰਟਨੈਸ ਹੋ ਜਾਓ। ਹੁਣ ਤਾਂ ਲਿਮਿਟਡ ਹੀ ਦੇ ਰਹੇ ਆ ਤੁਹਾਨੂੰ, ਪੜ੍ਹ ਲਓ, ਥੋੜ੍ਹਾ ਪਾਸ ਹੋ ਜਾਓਗੇ। ਤਾਂ ਮੈਗਨੀਸ਼ੀਅਮ ਦੇ 2 ਇਲੈਕਟ੍ਰੋਨ ਸ਼ੋ ਕਰ ਸਕਦੇ ਹੋ। ਪਲਾਟੀਨਮ, ਗੋਲਡ ਵਗੈਰਾ, ਕਿਉਂਕਿ ਇਹ ਰਿਐਕਟ ਨਹੀਂ ਕਰਦੀਆਂ ਕਿਸੇ ਦੇ ਨਾਲ ਅਤੇ ਇਹਨਾਂ ਦੇ ਮੈਲਟਿੰਗ ਪੁਆਇੰਟ ਹਾਈ ਹੁੰਦੇ ਆ। ਦੇ ਹੈਵ ਸਟਰੋਂਗ ਅਟਰੈਕਟਿਵ ਫੋਰਸਿਸ, ਨਹੀਂ ਸੋਰੀ, ਪਲਾਟੀਨਮ ਵਗੈਰਾ ਇਹ ਰਿਐਕਟ ਨਹੀਂ ਕਰਦੀਆਂ ਔਰ ਇਹਨਾਂ ਨੂੰ ਜੰਗਾਲ ਨਹੀਂ ਲੱਗਦੀ, ਕਰੋਡ ਨਹੀਂ ਹੁੰਦੀਆਂ। ਆਇਨਿਕ ਕੰਪਾਊਂਡਸ ਦੇ, ਕਿਉਂਕਿ ਇਹਨਾਂ ਦੀ ਕ੍ਰਿਸਟਲੈਟਿਕ ਸਟਰਕਚਰ ਹੁੰਦੀ ਆ, ਫੋਰਸ ਆਫ ਅਟਰੈਕਸ਼ਨਸ ਕਿ ਇੱਕ ਕੈਟਾਈਨ ਹੈ ਇੱਕ ਐਨਾਈਨ ਅਲਟਰਨੇਟ, ਇੱਦਾਂ ਦਿਖਾਉਂਦੇ ਆ ਨਾ ਕ੍ਰਿਸਟਲੈਟਿਕ ਸਟਰਕਚਰ, ਤਾਂ ਕਰਕੇ ਆਇਨਿਕ ਅਟਰੈਕਸ਼ਨਸ, ਫੋਰਸ ਆਫ ਅਟਰੈਕਸ਼ਨਸ ਜ਼ਿਆਦਾ ਹੁੰਦੀ ਹੈ, ਤਾਂ ਕਰਕੇ ਇਹਨਾਂ ਦੇ ਆਇਨਿਕ ਕੰਪਾਊਂਡਸ ਦੇ ਮੈਲਟਿੰਗ ਬੋਇਲਿੰਗ ਪੁਆਇੰਟ ਜ਼ਿਆਦਾ ਹੁੰਦੇ ਆ। ਦੈਨ ਡਿਸਪਲੇਸਮੈਂਟ ਰਿਐਕਸ਼ਨ ਹੈਗੀ ਆ, ਠੀਕ ਹੈ। ਜ਼ਿੰਕ ਜੋ ਹੈ ਜ਼ਿਆਦਾ ਰਿਐਕਟਿਵ ਐਜ਼ ਕੰਪੇਅਰ ਟੂ ਆਇਰਨ, ਤੁਹਾਨੂੰ ਕੀ ਹੈ ਡਿਸਪਲੇਸ ਕਰ ਦੇਗੀ, ਠੀਕ ਹੈ। ਕਲਰਲੈਸ ਗਰੀਨ ਕਲਰ ਕੀ ਹੋ ਜਾਏਗਾ। ਤਾਂ ਇਹ ਸਿਲੈਕਟਡ ਜੇ ਕੁਐਸਚਨ ਹੈਗੇ ਆ, ਇਹੀ ਆਉਣੇ ਆ। ਕਿਹੜੇ ਕਿਹੜੇ ਲੈਸਨ 'ਚ ਆਉਣੇ ਆ, ਇੱਕ ਤਾਂ ਰੀਪਰੋਡਕਸ਼ਨ ਵਾਲੇ ਲੈਸਨ 'ਚ ਆਉਣੇ ਆ 5 ਨੰਬਰ ਦਾ, ਇੱਕ ਮੈਟਲ ਨੋਨ ਮੈਟਲ ਐਂਡ ਨੋਨ ਮੈਟਲਸ ਵਾਲੇ 'ਚੋਂ, ਔਰ ਇੱਕ ਰਜਿਸਟੈਂਸ ਵਾਲੇ 'ਚੋਂ, ਕਿਹੜਾ ਇਲੈਕਟ੍ਰੀਸਿਟੀ ਵਾਲੇ 'ਚੋਂ। ਇਹਨਾਂ ਤਿੰਨਾਂ ਲੈਸਨਾਂ 'ਚੋਂ 5 ਮਾਰਕਸ ਦੇ ਆਉਣੇ ਆ। ਕੋਈ ਵੀ ਕੁਐਸਚਨ, ਇਹ 15 ਨੰਬਰ ਤਾਂ ਤੁਸੀਂ ਪੂਰੇ ਆਪਣੇ ਟਿਪਸ 'ਤੇ ਕਰੋ, ਠੀਕ ਹੈ। ਥੈਂਕ ਯੂ ਫॉर ਵਾਚਿੰਗ ਦੀ ਵੀਡੀਓ।